ਵੀਰ ਸਿੰਘ ਜੀ ਦੀ ਇੱਕ ਹੋਰ ਕਵਿਤਾ ਜਿਸ ਦਾ ਸਿਰਲੇਖ ਹੈ ਕੰਬ ਦੀ ਕਲਾਈ, ਉਹ ਅਸੀਂ ਸਮਝਣ ਦਾ ਯਤਨ ਕਰਾਂਗੇ। ਪਹਿਲਾਂ ਕਵਿਤਾ ਦਾ ਅਸੀਂ ਉਚਾਰਨ ਕਰਦੇ ਹਾਂ। ਇਸ ਕਵਿਤਾ ਦਾ ਪਾਠ ਕਿੱਦਾਂ ਕੀਤਾ ਜਾਣਾ। ਬੜੀ ਛੋਟੀ ਜੀ 8 ਕੁ ਪੰਕਤੀਆਂ ਦੀ ਇਹ ਉਹਨਾਂ ਦੀ ਕਵਿਤਾ ਹੈ। ਦੋ ਪੰਕਤੀਆਂ ਦੇ ਵਿੱਚ ਅਲੱਗ-ਅਲੱਗ ਵੱਖਰਾ ਭਾਵ ਜਿਹੜਾ ਇਹਦੇ ਵਿੱਚ ਨਿਰੂਪਤ ਹੁੰਦਾ ਸਾਨੂੰ ਦਿਖਾਈ ਦਿੰਦਾ। ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲਵਕੜੀ ਪਾਈ। ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲਵਕੜੀ ਪਾਈ। ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਧਾ ਚਰਨਾਂ ਤੇ ਸੀਸ ਨਿਵਾਇਆ, ਧਾ ਚਰਨਾਂ ਤੇ ਸੀਸ ਨਿਵਾਇਆ। ਸਾਡੇ ਮੱਥੇ ਛੂ ਨਾ ਪਾਈ। ਤੁਸੀਂ ਉੱਚੇ ਅਸੀਂ ਨੀਵੇਂ ਸਾਂ, ਸਾਡੀ ਪੇਸ਼ ਨਾ ਗਈ ਆਕਾਈ। ਤੁਸੀਂ ਉੱਚੇ ਅਸੀਂ ਨੀਵੇਂ ਸਾਂ, ਸਾਡੀ ਪੇਸ਼ ਨਾ ਗਈ ਆਕਾਈ। ਫਿਰ ਲੜ ਫੜਨੇ ਨੂੰ ਉੱਠ ਦੌੜੇ, ਫਿਰ ਲੜ ਫੜਨੇ ਨੂੰ ਉੱਠ ਦੌੜੇ। ਪਰ ਲੜ ਉਹ ਬਿਜਲੀ ਲਹਿਰਾਂ, ਪਰ ਲੜ ਉਹ ਬਿਜਲੀ ਲਹਿਰਾਂ। ਉੱਡਦਾ ਜਾਂਦਾ ਪਰ ਉਹ ਆਪਣੀ ਇੱਕ ਛੂ ਸਾਨੂੰ ਗਿਆ ਲਾਈ। ਉੱਡਦਾ ਜਾਂਦਾ ਪਰ ਉਹ ਆਪਣੀ ਇੱਕ ਛੂ ਸਾਨੂੰ ਗਿਆ ਲਾਈ। ਮਿੱਟੀ ਚਮਕ ਪਈ ਏ ਮੋਈ, ਤੇ ਤੁਸੀਂ ਲੋਆਂ ਵਿੱਚ ਲਿਸ਼ਕੇ। ਮਿੱਟੀ ਚਮਕ ਪਈ ਏ ਮੋਈ, ਤੇ ਤੁਸੀਂ ਲੋਆਂ ਵਿੱਚ ਲਿਸ਼ਕੇ। ਬਿਜਲੀ ਕੂੰਦ ਗਈ ਥਰਾਂਦੀ, ਹੁਣ ਚਕਾ ਚੂੰਦ ਹੈ ਛਾਈ। ਬਿਜਲੀ ਕੂੰਦ ਗਈ ਥਰਾਂਦੀ, ਹੁਣ ਚਕਾ ਚੂੰਦ ਹੈ ਛਾਈ। ਇਸੀ ਕਵਿਤਾ ਦਾ ਮੂਲ ਪਾਠ। ਹੁਣ ਪੰਕਤੀ ਦਰ ਪੰਕਤੀ ਅਸੀਂ ਇਸ ਕਵਿਤਾ ਨੂੰ ਸਮਝਣ ਵੱਲ ਤੁਰਦੇ ਹਾਂ। ਪਹਿਲੀ ਪੰਕਤੀ, ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ। ਹੁਣ ਸਾਡੇ ਸਾਹਮਣੇ ਇਹ ਪ੍ਰਸ਼ਨ ਪੈਦਾ ਹੁੰਦਾ ਹੈ। ਪੰਕਤੀ ਦੇ ਸ਼ਬਦਾਂ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਇਸ ਕਵਿਤਾ ਦੇ ਵਿੱਚ ਸੁਪਨੇ ਵਿੱਚ ਕਿਸੇ ਮਿਲਾਪ ਦੀ ਗੱਲ ਹੋ ਰਹੀ ਹੈ, ਕਿਉਂਕਿ ਪਹਿਲੀ ਪੰਕਤੀ ਦਾ ਜਿਹੜਾ ਪਹਿਲਾ ਹਿੱਸਾ ਹੈ ਉਹ ਇਸ ਗੱਲ ਨੂੰ ਸਪਸ਼ਟ ਕਰ ਰਿਹਾ। ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਕਿ ਤੁਸੀਂ ਸੁਪਨੇ ਵਿੱਚ ਸਾਨੂੰ ਮਿਲੇ। ਅਸਾਨੂੰ ਦਾ ਮਤਲਬ ਸਾਨੂੰ ਤੋਂ ਹੈ। ਅੱਗੇ ਕੀ ਹੁੰਦਾ, ਅਗਲਾ ਹਿੱਸਾ ਕੀ ਕਹਿੰਦਾ ਇਸ ਪੰਕਤੀ ਦਾ, ਅਸਾਂ ਧਾ ਗਲਵਕੜੀ ਪਾਈ। ਧਾ ਦਾ ਮਤਲਬ ਹੁੰਦਾ ਦੌੜ ਕੇ। ਅਸੀਂ ਦੌੜ ਕੇ ਤੁਹਾਨੂੰ ਕੀ ਕੀਤਾ, ਕਲਾਵੇ ਵਿੱਚ ਲਿਆ। ਹੁਣ ਇਹਦਾ ਮਤਲਬ ਇਹ ਹੈ ਕਿ ਮੇਲ ਹੋਇਆ, ਤੇ ਮੇਲ ਹੋਇਆ ਸੁਪਨੇ ਵਿੱਚ। ਪਰ ਸੁਪਨੇ ਦੀ ਹਰ ਗਤੀਵਿਧੀ ਹਕੀਕਤ ਭਾਸਦੀ ਹੈ, ਹਕੀਕਤ ਜਾਪਦੀ ਹੈ। ਉਦੋਂ ਤੱਕ ਹਕੀਕਤ ਹੀ ਜਾਪਦੀ ਹੈ ਜਦੋਂ ਤੱਕ ਮਨੁੱਖ ਨੀਂਦ ਵਿੱਚ ਹੁੰਦਾ। ਜਦੋਂ ਉਹਦੀ ਨੀਂਦ ਟੁੱਟਦੀ ਹੈ, ਜਦੋਂ ਉਹ ਜਾਗਰਤ ਅਵਸਥਾ ਵਿੱਚ ਆਉਂਦਾ ਹੈ, ਉਦੋਂ ਉਹਨੂੰ ਪਤਾ ਲੱਗਦਾ ਕਿ ਇਹ ਤਾਂ ਸੁਪਨਾ ਸੀ, ਕਿ ਇਹ ਤਾਂ ਸੁਪਨਾ ਸੀ, ਹਕੀਕਤ ਨਹੀਂ ਸੀ। ਹੁਣ ਭਾਈ ਵੀਰ ਸਿੰਘ ਸੁਪਨੇ ਵਿੱਚ ਮਿਲਾਪ ਦੀ ਗੱਲ ਕਰ ਰਹੇ हैं, ਤੇ ਇਹ ਕਹਿ ਰਹੇ हैं ਅਸਾਂ ਧਾ ਗਲਵਕੜੀ ਪਾਈ, ਅਸੀਂ ਦੌੜ ਕੇ ਕਲਾਵੇ ਵਿੱਚ ਲੈਣਾ ਚਾਹਿਆ। ਹੁਣ ਪ੍ਰਸ਼ਨ ਇਹ ਪੈਦਾ ਹੋ ਰਿਹਾ ਹੈ ਕਿ ਕਿਸ ਨੂੰ ਕਲਾਵੇ ਵਿੱਚ ਲੈਣਾ ਚਾਹਿਆ, ਕਿਸ ਨਾਲ ਮੇਲ ਸੁਪਨੇ ਵਿੱਚ ਹੋ ਰਿਹਾ। ਹੁਣ ਅਸੀਂ ਦੇਖਦੇ ਹਾਂ, ਅਸੀਂ ਜਦੋਂ ਗੱਲ ਇਸ਼ਕ ਮਿਜਾਜ਼ੀ ਦੀ ਕਰਦੇ ਹਾਂ, ਕਿਉਂਕਿ ਇਸ਼ਕ ਦੀਆਂ ਦੋ ਸਿਨਫਾਂ ਮੰਨੀਆਂ ਜਾਂਦੀਆਂ ਆਮ ਤੌਰ ਤੇ, ਇੱਕ ਇਸ਼ਕ ਮਿਜਾਜ਼ੀ ਤੇ ਇਸ਼ਕ ਹਕੀਕੀ। ਇਸ਼ਕ ਮਿਜਾਜ਼ੀ ਜਦੋਂ ਕਿਸੇ ਮਨੁੱਖ ਨੂੰ ਮੁਹੱਬਤ ਹੁੰਦੀ ਹੈ, ਪਿਆਰ ਹੁੰਦਾ, ਤਾਂ ਫਿਰ ਦਿਨ ਰਾਤ ਉਹ ਆਪਣੇ ਮਹਿਬੂਬ ਦੇ ਖਿਆਲਾਂ ਵਿੱਚ ਡੁੱਬਿਆ ਰਹਿੰਦਾ। ਕਦੇ ਜਾਗਦਿਆਂ, ਕਦੇ ਸੌਂਦਿਆਂ ਉਹਦੇ ਮਨ ਵਿੱਚ ਆਪਣੇ ਮਹਿਬੂਬ ਦਾ ਹੀ ਚਿੱਤਰ, ਮਹਿਬੂਬ ਦੀ ਹੀ ਤਸਵੀਰ ਜਿਹੜੀ ਆ ਉਹ ਘੁੰਮਦੀ ਰਹਿੰਦੀ ਆ। ਕਦੇ ਉਹ
ਜਾਗਦੇ ख्वाब देखना शुरू कर दिंदा, ते जे ਉਹ ਕਿਤੇ ਰਾਤ ਨੂੰ ਸੌਂਦਾ ਤਾਂ ਉਸ ਨੀਂਦ ਵਿੱਚ ਵੀ ਉਸਨੂੰ ਆਪਣਾ ਮਹਿਬੂਬ ਜਿਹੜਾ ਹੈ ਉਹ ਦਿਖਾਈ ਦਿੰਦਾ, ਤੇ ਉਹਦੇ ਪ੍ਰਤੀ ਉਹਦੀ ਜਿਹੜੀ ਖਿੱਚ ਹੈ, ਉਹਦੀ ਜਿਹੜੀ ਆਤੁਰਤਾ ਹੈ, ਉਹ ਇੰਨੀ ਵੱਧ ਹੁੰਦੀ ਹੈ ਕਿ ਉਸਨੂੰ ਆਪਣੇ ਪਿਆਰੇ ਨੂੰ ਕਲਾਵੇ ਵਿੱਚ ਲੈਣਾ ਚਾਹੁੰਦਾ, ਗਲਵਕੜੀ ਵਿੱਚ ਲੈਣਾ ਚਾਹੁੰਦਾ। ਇਹ ਸਾਡੇ ਪਿਆਰ ਦਾ ਇੱਕ ਇਜ਼ਹਾਰ ਆ। ਅਸੀਂ ਦੇਖਦੇ ਹਾਂ ਬਹੁਤ ਦਿਨਾਂ ਬਾਅਦ ਪੁੱਤਰ ਮਾਂ ਦੇ ਸਾਹਮਣੇ ਆਇਆ ਹੋਵੇ ਤਾਂ ਮਾਂ ਉਸਨੂੰ ਕਲਾਵੇ ਵਿੱਚ ਲੈਂਦੀ ਹੈ। ਬਹੁਤ ਚਿਰਾਂ ਬਾਅਦ ਕੋਈ ਆਪਣਾ ਪਿਆਰਾ ਜਦੋਂ ਸਾਡੇ ਸਨਮੁਖ ਹੁੰਦਾ ਤਾਂ ਸਿਰਫ ਅਦਬ ਨਾਲ ਵਿਸ਼ ਕਰਨ ਨਾਲ ਹੀ ਸਾਡੀ ਗੱਲ ਨਹੀਂ ਬਣਦੀ, ਅਸੀਂ ਉਸਨੂੰ ਕਲਾਵੇ ਵਿੱਚ ਲੈ ਕੇ ਉਸਦੇ ਮੱਥੇ ਨੂੰ ਚੁੰਮ ਕੇ ਉਸਦੇ ਸਿਰ ਨੂੰ ਸਹਿਲਾ ਕੇ ਕਿਸੇ ਵੀ ਬਿਰਤੀ ਦੇ ਨਾਲ ਅਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਾਂ। ਤੇ ਸਹਿ ਸੁਭਾਏ ਹੁੰਦਾ, ਇਹਦੇ ਵਿੱਚ ਬੜੀ ਪਾਕੀਜ਼ਗੀ ਤੇ ਬੜੀ ਸੁੱਚਤਾ ਹੁੰਦੀ ਹੈ। ਹੁਣ ਇੱਥੇ ਗੱਲ ਜਿਹੜੀ ਹੋ ਰਹੀ ਹੈ ਭਾਈ ਵੀਰ ਸਿੰਘ ਦੀ ਇਸ ਕਵਿਤਾ ਵਿੱਚ ਇਸ਼ਕ ਮਿਜਾਜੀ ਦੀ ਨਹੀਂ ਹੋ ਰਹੀ ਹੈ ਇਸ਼ਕ ਹਕੀਕੀ ਦੀ। ਪਰ ਇਸ਼ਕ ਮਿਜਾਜੀ ਤੋਂ ਹੀ ਉਹਦਾ ਅਸੀਂ ਕਹਿ ਸਕਦੇ ਹਾਂ ਇੱਕ ਵਿਕਸਿਤ ਰੂਪ ਹੈ। ਇਸ਼ਕ ਮਿਜਾਜੀ ਦਾ ਵਿਕਸਿਤ ਰੂਪ ਹੀ ਇਸ਼ਕ ਹਕੀਕੀ ਬਣਦਾ। ਹੁਣ ਇੱਥੇ ਜੀਵਾਤਮਾ ਤੇ ਪਰਮਾਤਮਾ ਦੇ ਮੇਲ ਦੀ ਗੱਲ ਹੋ ਰਹੀ ਹੈ, ਪਰ ਜੀਵਾਤਮਾ ਤੇ ਪਰਮਾਤਮਾ ਦਾ ਮਿਲਾਪ, ਪਰਮਾਤਮਾ ਦੇ ਨਾਲ ਉਹਦਾ ਸਨੇਹ ਉਸੇ ਤਰ੍ਹਾਂ ਦਾ, ਬਿਲਕੁਲ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਅਸੀਂ ਦੁਨਿਆਵੀ ਪਿਆਰ ਦੇ ਵਿੱਚ ਦੇਖਦੇ ਹਾਂ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂਆਂ ਨੇ, ਸਾਰੇ ਭਗਤਾਂ ਨੇ, ਸਾਰੇ ਸੂਫੀਆਂ ਫਕੀਰਾਂ ਨੇ ਰੱਬ ਦੇ ਪ੍ਰਤੀ ਆਪਣੀ ਮੁਹੱਬਤ ਨੂੰ ਜ਼ਾਹਰ ਕਰਨ ਲਈ ਇਸਤਰੀ ਤੇ ਪੁਰਸ਼ ਦੇ ਪ੍ਰੇਮ ਨੂੰ ਪ੍ਰਤੀਕ ਵਜੋਂ ਵਰਤਿਆ। ਇਸ ਗੱਲ ਵਿੱਚ ਕੋਈ ਦੋਰਾਵਾ ਨਹੀਂ ਹੈ। ਹਉ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ, ਅੱਜ ਨ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋਂ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਇਹ ਸਾਰੇ ਜਿਹੜੇ ਸ਼ਬਦ ਗੁਰਬਾਣੀ ਵਿੱਚ ਸਾਨੂੰ ਮਿਲਦੇ ਆ, ਇਸ ਗੱਲ ਦੀ ਪ੍ਰੋੜਤਾ ਕਰਦੇ ਆ। ਹੁਣ ਇਹਦੇ ਵਿੱਚ ਮਿਲਾਪ ਦੀ ਗੱਲ ਹੋ ਰਹੀ ਹੈ। ਇੱਥੋਂ ਪਤਾ ਲੱਗਦਾ ਕਿ ਜਿਸ ਸਾਧਕ ਦੀ ਗੱਲ ਹੋ ਰਹੀ ਹੈ ਉਹਦੀ ਆਤਮਿਕ ਅਵਸਥਾ ਉਸ ਵੇਲੇ ਕਿਹੋ ਜਿਹੀ ਹੈ, ਕਿੰਨੀ ਉੱਚਤਾ ਵਾਲੀ ਆਤਮਿਕ ਅਵਸਥਾ ਹੋਏਗੀ ਉਹ, ਜਦੋਂ ਸੁਪਨੇ ਵਿੱਚ ਵੀ ਕਿਸੇ ਮਹਿਬੂਬ ਦੇ ਦੀਦਾਰ ਹੋਣ। ਏਦਾਂ ਨਹੀਂ ਹੁੰਦਾ ਜਦੋਂ ਦਿਨ ਉਹਦੇ ਖਿਆਲਾਂ ਵਿੱਚ ਡੁੱਬਿਆ ਹੋਵੇ ਤਾਂ ਹੀ ਰਾਤ ਨੂੰ ਸੁਪਨਾ ਬਣ ਕੇ ਉਹ ਖਿਆਲ ਜਿਹੜੇ ਆ ਉਸ ਦੀ ਨੀਂਦ ਵਿੱਚ ਆਉਂਦੇ ਆ। ਤੇ ਭਾਈ ਵੀਰ ਸਿੰਘ ਜੋ ਇੱਕ ਸੱਚੇ ਸਾਧਕ ਹੈ, ਜਿਨ੍ਹਾਂ ਦੀ ਜੀਵਾਤਮਾ ਪਰਮਾਤਮਾ ਦੇ ਮਿਲਾਪ ਲਈ ਬੇਚੈਨ ਹੈ, ਉਸ ਸੁਪਨੇ ਵਿੱਚ ਜਦੋਂ ਉਸ ਨੂੰ ਦੇਖਦੇ ਆ ਤੇ ਸੁਪਨੇ ਵਿੱਚ ਜਿਸ ਕਦਰ ਉਸ ਨੂੰ ਮਿਲਣਾ ਚਾਹੁੰਦੇ ਆ, ਉਹਦਾ ਹੀ ਖੁਲਾਸਾ ਇਸ ਨਜ਼ਮ ਵਿੱਚ ਉਹ ਕਰ ਰਹੇ ਆ। ਤੇ ਜਿਹੜੀ ਉਹਨਾਂ ਦੀ ਕਵਿਤਾ ਹੈ, ਜੇ ਗੌਰ ਨਾਲ ਅਸੀਂ ਦੇਖੀਏ ਤਾਂ ਗੁਰਬਾਣੀ ਦੀ ਹੀ ਵਿਆਖਿਆ ਕਰਦੀ ਨਜ਼ਰ ਆਉਂਦੀ ਹੈ। ਹੁਣ ਕੀ ਗੁਰਬਾਣੀ ਵਿੱਚ ਵੀ ਇਦਾਂ ਦੇ ਸੁਪਨ ਮਿਲਾਪ ਦੀ ਗੱਲ ਕੀਤੀ ਗਈ ਹੈ? ਕਿ ਗੁਰਬਾਣੀ ਨੀਂਦ ਦੀ ਗੱਲ ਕਰਦੀ ਹੈ? ਕਿ ਗੁਰਬਾਣੀ ਸੁਪਨੇ ਦੀ ਗੱਲ ਕਰਦੀ ਹੈ? ਕਿ ਗੁਰਬਾਣੀ ਸੁਪਨ ਮਿਲਾਪ ਦੀ ਗੱਲ ਕਰਦੀ ਹੈ? ਤਾਂ ਉੱਤਰ ਹੈ ਜੀ ਹਾਂ, ਬਿਲਕੁਲ ਕਰਦੀ ਹੈ। ਤੇ ਜਦੋਂ ਸੁਪਨੇ ਵਿੱਚ ਮਿਲਾਪ ਕਿਤੇ ਅਧੂਰਾ ਰਹਿ ਜਾਏ ਤਾਂ ਉਸ ਗੱਲ ਦਾ ਗਿਲਾ ਵੀ ਕਰਦੀ ਹੈ। ਜੀਵਾਤਮਾ ਦੀ ਅਵਸਥਾ ਦੇਖਣ ਵਾਲੀ ਹੈ। ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ ਪਹਿਲੇ ਪਾਤਸ਼ਾਹ ਜੀ ਦੀ, ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਆਏ ਨ ਸਕਾਂ ਤੁਝ ਕੰਨ ਪਿਆਰੇ, ਭੇਜ ਨ ਸਕਾਂ ਕੋਈ। ਕਿੰਨੀ ਉੱਚੀ ਆਤਮਿਕ ਅਵਸਥਾ। ਜਦੋਂ ਗੁਰੂ ਨਾਨਕ ਜੀਵਾਤਮਾ ਦੇ ਰੂਪ ਵਿੱਚ ਪਰਮਾਤਮਾ ਨੂੰ ਸੰਬੋਧਿਤ ਹੋ ਕੇ ਕਹਿ ਰਹੇ ਹੈ ਕਿ ਇਹ ਪਰਮਾਤਮਾ ਤੂੰ ਸੁਪਨੇ ਵਿੱਚ ਆਇਆ ਵੀ ਤੇ ਚਲਾ ਵੀ ਗਿਆ, ਸੁਪਨੇ ਆਇਆ ਭੀ ਗਿਆ ਤੇ ਚਲਾ ਵੀ ਗਿਆ।
ਮੈਂ ਜਲ ਭਰਿਆ ਰੋਏ, ਤੇ ਮੇਰੀਆਂ ਅੱਖਾਂ ਵਿੱਚ ਤਾਂ ਅਥਰੂ ਜਿਉਂਦੇ ਤਿਉਂ ਰਹਿ ਗਏ। ਆਏ ਨ ਸਕਾਂ ਤੁਝ ਕਨ ਪਿਆਰੇ, ਮੈਂ ਤੇਰੇ ਤੱਕ ਆ ਨਹੀਂ ਸਕਦੀ। ਭੇਜ न सका कोई सुनेहा, कोई चिट्ठी, कोई पत्र, कोई प्यार दे इजहार दा कोई पदार्थ तेरे तक मैं पहुंचा नहीं सकती। हुण इत्थे गौर करन वाली गल यह है कि दुनियावी प्यार विच जिहड़ी दूजी धिर तुहानूं नजर आ रही है, महबूब दिखाई दे रहे हैं, महबूब नूं तुसीं कोई प्रेम भेंटा दे सकदे हो, लेकिन ਇਹਦੇ ਵਿੱਚ ਪਿਆਰਾ ਇਹੋ ਜਿਹਾ ਜਿਹੜਾ ਸਥੂਲ ਰੂਪ ਵਿੱਚ ਦਿਖਾਈ ਨਹੀਂ ਦਿੰਦਾ। ਹੁਣ ਸਥੂਲ ਸਰੀਰ ਦੇ ਨਾਲ ਪਿਆਰ ਹੋਣਾ ਗੱਲ ਸਮਝ ਵਿੱਚ ਆਉਂਦੀ ਹੈ, ਪਰ ਉਹ ਜਿਸ ਨੂੰ ਦੇਖਿਆ ਨਹੀਂ ਉਹਦੇ ਲਈ ਪਿਆਰ ਪਨਪਣਾ ਇਹ ਇੱਕ ਅਲੱਗ ਕਿਸਮ ਦੀ ਗੱਲ ਆ, ਇੱਕ ਵੱਖਰੀ ਕਿਸਮ ਦੀ ਗੱਲ ਹੈ। ਜਦੋਂ ਸਾਈਂ ਬੁੱਲੇ ਸ਼ਾਹ ਆਪਣੇ ਮਹਿਬੂਬ ਨੂੰ ਇਹ ਮੁਖਾਤਬ ਹੋ ਕੇ ਕਹਿੰਦੇ ਆ, ਉਹ ਮਹਿਬੂਬ ਜਿਸ ਨੂੰ ਦੇਖਿਆ ਨਹੀਂ, ਘੂੰਗਟ ਚੁੱਕਵੇ ਸਾਈਆਂ ਕਾਨੂੰ ਸ਼ਰਮਾ ਨੇ ਰੱਖੀਆਂ। ਹੁਣ ਜਦੋਂ ਉਹਨੂੰ ਘੂੰਗਟ ਚੁੱਕਣ ਲਈ ਕਹਿ ਰਹੇ ਆ, ਉਹਦਾ ਮੁਖ ਦੇਖਣਾ ਚਾਹੁੰਦੇ ਆ, ਆਪਣੇ ਤੇ ਉਹਦੇ ਵਿਚਕਾਰ ਜਿਹੜਾ ਓਲਾ ਹੈ ਉਸ ਨੂੰ ਮਿਟਾਉਣਾ ਚਾਹੁੰਦੇ ਆ, ਆਪਣੇ ਤੇ ਉਹਦੇ ਵਿਚਕਾਰ ਜਿਹੜੀ ਦੂਰੀ ਹੈ ਉਸ ਨੂੰ ਖਤਮ ਕਰਨਾ ਚਾਹੁੰਦੇ ਆ। ਹੁਣ ਜਦੋਂ ਦਰਸ਼ਨਾਂ ਦੀ ਗੱਲ ਕਰਦੇ ਆ, ਜਦੋਂ ਦਰਸ਼ਨਾਂ ਤੋਂ ਬਿਨਾਂ ਆਪਣੀ ਜਿਹੜੀ ਵਿਆਕੁਲਤਾ ਹੈ, ਬੇਚੈਨੀ ਹੈ, ਉਸ ਦਾ ਇਜ਼ਹਾਰ ਕਰਦੇ ਆ, ਤਾਂ ਇਹ ਗੱਲ ਬਹੁਤ ਹੀ ਉੱਚੀ ਹੋ ਜਾਂਦੀ ਹੈ। ਪਰ ਇਹ ਮੇਲ ਹੋਇਆ ਕਿਉਂ ਨਹੀਂ? ਕੀ ਇਹ ਮੇਲ ਹੋਇਆ ਜਾਂ ਨਹੀਂ ਹੋਇਆ? ਜੇ ਹੋਇਆ ਤੇ ਕਿੱਦਾਂ ਦਾ ਹੋਇਆ? ਇਹ ਅਗਲੀਆਂ ਪੰਕਤੀਆਂ ਸਾਨੂੰ ਸਪਸ਼ਟ ਕਰਦੀਆਂ। ਨਿਰਾ ਨੂਰ ਤੁਸੀਂ ਹੱਥ ਨਾ ਏ, ਸਾਡੀ ਕੰਬਦੀ ਰਹੀ ਕਲਾਈ। ਮੇਰੀਆਂ ਬਾਹਾਂ ਕੰਬਦੀਆਂ ਹੀ ਰਹਿ ਗਈਆਂ, ਕਿਉਂਕਿ ਤੁਸੀਂ ਮੇਰੇ ਕਲਾਵੇ ਵਿੱਚ ਆ ਨਹੀਂ ਸਕੇ। ਆ ਕਿਉਂ ਨਹੀਂ ਸਕੇ? ਜਦੋਂ ਅਸੀਂ ਕਿਸੇ ਮਹਿਬੂਬ ਨੂੰ ਆਪਣੇ ਕਲਾਵੇ ਵਿੱਚ ਲੈਣਾ ਚਾਹੁੰਦੇ ਆ ਤੇ ਲੈ ਹੀ ਲੈਂਦੇ ਆ, ਲੇਕਿਨ ਇੱਥੇ ਮਹਿਬੂਬ ਕਲਾਵੇ ਵਿੱਚ ਨਹੀਂ ਆਉਂਦਾ, ਕਿਉਂਕਿ ਉਹ ਸਥੂਲ ਨਹੀਂ ਹੈ, ਉਹ ਨੂਰਾਨੀ ਹੈ। ਨਿਰਾ ਨੂਰ, ਨਿਰਾ ਨੂਰ ਸਿਰਫ ਪ੍ਰਕਾਸ਼। ਨਿਰਾ ਦਾ ਮਤਲਬ ਸਿਰਫ ਕੇਵਲ, ਨੂਰ ਦਾ ਮਤਲਬ ਪ੍ਰਕਾਸ਼। परमात्मा ज्योति बिंदु है, परमात्मा नूर है। इस गल का खुलासा गुरबाणी विच कई थाई होया। एक नूर ते सब जग उपजिया, कौन भले को मंदे। अव्वल अल्लाह नूर उपाया, कुदरत के सब बंदे। हुण प्रकाश नूं कोई किवें फड़ सकदा, किवें कलावे विच लै सकदा? संभव ही नहीं है। हुण ये जिहड़ी नींद दी गल हो रही है, जिहड़ी सुपने दी गल हो रही है, जिहड़े मिलाप दी गल हो रही है, वो दरअसल प्यार दी पाकीज़गी दी उच्चता दी गल आ। हुण तुसीं देखो कि नींद विच, सुपने विच परमात्मा दा मिलाप ते फिर उस तो विछुड़ना, ये सानू की जाहिर की करदा? हुण इहदे लई सानू कुछ चीज़ां जड़ियां देखणियां पैणगियां। जागन ते सुपना भला बसीए प्रभ संग। पंजवें पातशाह कहंदे हैं, कहंदे जे जागृत अवस्था दे विच रब नाल मेल ना हुंदा होवे, ते जे नींद दी अवस्था दे विच, सुपने विच उस रब दे दीदार हुंदे होण, उस नाल मेल हुंदा होवे, तां इहो जे जागण नाल जदों मनुख दा मन संसारक धंधियां विच खचत रहा, ओ नींद चंगी है जिहदे विच सुपने दे विच परमात्मा दा मिलाप हुंदा। जागन ते सुपना भला बसीए प्रभ संग। इस गल नूं असी होर भी बाणी दी तुकां दे हवाले दे नाल समझ सकदे हां। आओ सुभागी नींदड़िए मत शो देखा सोए। ऐ भागां वालीए नींदरे, मैनू आ मता
ਨੀਂਦ ਵਿੱਚ ਹੀ, ਸੁਪਨੇ ਵਿੱਚ ਹੀ ਤੇਰਾ ਦੀਦਾਰ ਹੋ ਜਾਏ। ਹੁਣ ਵੈਸੇ ਤਾਂ ਅਸੀਂ ਦੇਖਦੇ ਹਾਂ ਕਿ ਸੌਣ ਤੋਂ, ਘੂਕ ਸੌਣ ਤੋਂ, ਬੇਫਿਕਰੀ ਦੀ ਨੀਂਦ ਤੋਂ ਗੁਰਬਾਣੀ ਹਮੇਸ਼ਾ ਵਰਜਦੀ ਹੈ। ਸਾਰੇ ਫਕੀਰ ਸਾਈਂ ਵਰਜਦੇ ਆ। ਕਬੀਰ ਸੂਤਾ ਕਿਆ ਕਰੈ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ। ਉੱਠਣ ਲਈ ਕਹਿ ਰਹੇ ਆ ਕਿ ਸੁੱਤਾ ਕੀ ਕਰ ਰਹੇ ਆ, ਕਿਉਂ ਨਹੀਂ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਦਾ। ਇੱਕ ਪਾਸੇ ਤਾਂ ਬਾਬਾ ਫਰੀਦ ਕਹਿ ਰਹੇ, ਉੱਠ ਫਰੀਦਾ ਊਜ ਸਾਜ, ਉੱਠ ਬਈ ਵਜੂ ਕਰ, ਸੁਬਹ ਨਿਵਾਜ ਗੁਜ਼ਾਰ, ਅੰਮ੍ਰਿਤ ਵੇਲਾ ਹੋ ਗਿਆ, ਨਮਾਜ਼ ਪੜ, ਕਿਉਂ ਸੁੱਤਾ ਹੋਏ ਆ। ਬਾਬਾ ਬੁੱਲੇ ਸ਼ਾਹ ਕਹਿੰਦੇ ਆ, ਉੱਠ ਜਾਗ ਘੁਰਾੜੇ ਮਾਰ ਨਹੀਂ, ਇਹ ਸਵਣ ਤੇਰੇ ਦਰਕਾਰ ਨਹੀਂ, ਇਹ ਸੋਣਾ ਤੇਰੇ ਲਈ ਜ਼ਰੂਰੀ ਨਹੀਂ ਹੈ। ਇਸ ਤਰ੍ਹਾਂ ਘੁਰਾੜੇ ਮਾਰ ਕੇ ਬੇਫਿਕਰੀ ਦੀ ਨੀਂਦ ਨਾ ਸੋ, ਆਪਣੇ ਉਸ ਰੱਬ ਨੂੰ ਯਾਦ ਰੱਖ। ਹਵਾਲਾ ਕੁੱਤੇ ਦਾ ਦਿੰਦੇ ਆ ਕਿ ਕੁੱਤੇ ਕਿਸ ਤਰ੍ਹਾਂ ਰਾਤ ਨੂੰ ਜਾਗ ਕੇ ਆਪਣੇ ਮਾਲਕ ਦੇ ਦਰ ਦਾ ਪਹਿਰਾ ਦਿੰਦੇ ਆ। ਕੁੱਤੇ ਤੇਥੋਂ ਉੱਤੇ ਰਾਤੀ ਜਾਗਣ ਕਰਨ ਇਬਾਦਤ। ਹੁਣ ਆ ਜਿਹੜੀਆਂ ਗੱਲਾਂ ਇਹ ਤਾਂ ਸੌਣ ਤੋਂ ਵਰਜਦੀਆਂ, ਪਰ ਦੂਸਰੇ ਪਾਸੇ ਨੀਂਦ ਦੀ ਗੱਲ ਕੀਤੀ ਜਾ ਰਹੀ ਹੈ, ਸੌਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਜਿਹੜੇ ਜਾਗਣ ਦੀ ਗੱਲ ਆ ਰਹੀ ਹੈ, ਉਹ ਜਾਗਣਾ ਰੱਬ ਦੀ ਯਾਦ ਵਿੱਚ ਜਾਗਣਾ, ਤੇ ਜੇ ਸੌਣਾ ਤੇ ਉਸ ਸੌਣ ਦੇ ਵਿੱਚ ਵੀ ਰੱਬ ਨਾਲ ਜੁੜੇ ਰਹਿਣ ਦੀ ਗੱਲ ਆ। ਉਹੋ ਜਿਹੀਆਂ ਗੁਰਮੁਖ ਰੂਹਾਂ ਤੁਹਾਨੂੰ ਨਜ਼ਰ ਆਉਂਦੀਆਂ ਜਿਹੜੀ ਰਾਤ ਨੂੰ ਸੁੱਤੀਆਂ ਹੋਈਆਂ, ਲੇਕਿਨ ਜੇ ਕਿਤੇ ਪਾਸਾ ਵੀ ਪਰਤਦੀਆਂ ਤੇ ਮੂੰਹ ਚੋਂ ਰਾਮ, ਮੂੰਹ ਚੋਂ ਵਾਹਿਗੁਰੂ ਦੀ, ਮੂੰਹ ਚੋਂ ਅੱਲਾ ਦਾ ਜਿਹੜਾ ਸ਼ਬਦ ਹੈ ਉਹ ਉਹਨਾਂ ਦੇ ਮੁਖਾਰਬਿੰਦ ਚੋਂ ਨਿਕਲਦਾ। ਤੇ ਇਹੋ ਜਿਹੇ ਲੋਕਾਂ ਤੋਂ ਬਾਬਾ ਕਬੀਰ ਬਲਹਾਰ ਜਾਂਦੇ ਆ। ਉਹਨਾਂ ਦਾ ਇੱਕ ਸ਼ਲੋਕ ਹੈ ਬੜਾ ਮਹੱਤਵਪੂਰਨ। ਉਹ ਕਹਿੰਦੇ, ਕਬੀਰ ਸੁਪਨੇ ਹੂੰ ਬਰੜਾਏ ਕੈ, ਜੇ ਮੁਖ ਨਿਕਸੈ ਰਾਮ, ਤਾਕੇ ਪੱਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ। ਕਹਿੰਦੇ ਜੇ ਸੁਪਨੇ ਵਿੱਚ ਬਰੜਾ ਕੇ ਬੜਬੜਾ ਕੇ ਕਿਸੇ ਦੇ ਮੂੰਹ ਚੋਂ ਰਾਮ ਨਿਕਲਦਾ ਤੇ ਕਹਿੰਦਾ ਉਹਦੇ ਪੈਰਾਂ ਦੀ ਜੁੱਤੀ ਲਈ ਮੇਰੇ ਤਨ ਦੀ ਚਮੜੀ, ਮੇਰੇ ਤਨ ਦੀ ਖਲ ਹਾਸਰ। ਬਲਹਾਰ ਜਾਣਾ ਉਸ ਵਿਅਕਤੀ ਤੋਂ ਜਿਹੜਾ ਨੀਂਦ ਵਿੱਚ ਵੀ ਉਸ ਅੱਲਾ ਪਾਸਾ ਪਰਤਦੇ ਆ, ਕਰਵਟ ਬਦਲਦੇ ਆ, ਮੂੰਹ ਚੋਂ ਰਾਮ ਨਿਕਲ ਰਹੇ ਆ। ਹਰ ਕਿਸੇ ਦੇ ਮੂੰਹ ਚੋਂ ਨਹੀਂ ਨਿਕਲਦਾ, ਕਿਉਂਕਿ ਏਡੀ ਉੱਚੀ ਅਵਸਥਾ ਨਹੀਂ ਹੁੰਦੀ। ਜਿਹੜਾ ਦਿਨ ਨੂੰ ਰੱਬ ਨਾਲ ਜੁੜਿਆ ਹੋਇਆ ਹੋਏਗਾ, ਜਿਹੜਾ ਇਬਾਦਤ ਵਿੱਚ ਡੁੱਬਿਆ ਹੋਏਗਾ, ਉਹੀ ਰਾਤ ਨੂੰ ਰੱਬ ਤੱਕ ਪਹੁੰਚ ਸਕਦਾ, ਉਹੀ ਨੀਂਦ ਵਿੱਚ ਰੱਬ ਤੱਕ ਪਹੁੰਚ ਸਕਦਾ। ਹੁਣ ਇਹਦੇ ਵਿੱਚ ਜੋ ਭਾਈ ਵੀਰ ਸਿੰਘ ਜੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਹੇ ਰੱਬ ਜੀ ਤੁਸੀਂ ਸਾਨੂੰ ਸੁਪਨੇ ਵਿੱਚ ਮਿਲੇ, ਅਸਾਂ ਤਾਂ ਗਲਵੱਕੜੀ ਪਾਈ, ਅਸੀਂ ਦੌੜ ਕੇ ਤੁਹਾਨੂੰ ਕਲਾਵੇ ਵਿੱਚ ਲੈਣਾ ਚਾਹਿਆ। ਨੀਰਾ ਨੂਰ ਤੁਸੀਂ ਹੱਥ ਨਾ ਆਏ, ਪਰ ਤੁਸੀਂ ਪ੍ਰਕਾਸ਼ਮਾਨ ਸਵਰੂਪ ਸੀ, ਇਸ ਕਰਕੇ ਤੁਸੀਂ ਸਾਡੀ ਪਕੜ ਵਿੱਚ ਨਹੀਂ ਆ ਸਕੇ ਤੇ ਸਾਡੀਆਂ ਬਾਹਾਂ ਜਿਹੜੀਆਂ ਕੰਬਦੀਆਂ ਰਹਿ ਗਈਆਂ, ਸਾਡੀ ਕੰਬਦੀ ਰਹੀ ਕਲਾਈ। ਅਗਲਾ ਪੈਰਾ ਉਸ ਤੋਂ ਅਗਲੀ ਅਵਸਥਾ ਦੀ ਗੱਲ ਕਰਦਾ। ਪੈਰੇ ਤੋਂ ਮਤਲਬ ਇੱਥੇ 2 ਪੰਕਤੀਆਂ ਤੋਂ ਹੈ। ਮੈਂ ਇਸ 8 ਪੰਕਤੀਆਂ ਦੀ ਕਵਿਤਾਵਾਂ ਨੂੰ 2-2 ਪੰਕਤੀਆਂ ਦੀ ਅਵਸਥਾ ਦਰ ਅਵਸਥਾ ਦੇ ਰੂਪ ਵਿੱਚ ਆਪ ਜੀ ਨੂੰ ਦੱਸਣ ਦਾ ਉਪਰਾਲਾ ਕਰ ਰਿਹਾ ਵਾਂ। ਤਾ ਚਰਨਾਂ ਤੇ ਸੀਸ ਨਿਵਾਇਆ, ਸਾਡੇ ਮੱਥੇ ਛੂ ਨਾ ਪਾਈ। ਫਿਰ ਮੈਂ ਚਰਨਾਂ ਤੇ ਸੀਸ ਨਿਵਾਉਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਮੱਥੇ ਨੂੰ ਵੀ ਤੁਹਾਡੇ ਚਰਨਾਂ ਦੀ ਛੂ ਪ੍ਰਾਪਤ ਨਹੀਂ ਹੋਈ, ਕਿਉਂਕਿ ਪ੍ਰਮਾਤਮਾ ਕੋਈ ਵਿਅਕਤੀ ਨਹੀਂ ਹੈ ਜਿਹਦੇ ਚਰਨ ਹੋਣ। ਹਰ ਚਰਨ ਕਮਲ ਕੀ ਮੌਜ ਸ਼ਬਦ ਗੁਰਬਾਣੀ ਵਿੱਚ ਆਉਂਦਾ। ਹੁਣ ਪ੍ਰਮਾਤਮਾ ਦੇ ਚਰਨ ਕੀ ਹੈ? ਹੁਣ ਇਹਦੇ ਵਿੱਚ ਵੀ ਸਾਨੂੰ ਸਮਝਣ ਦੀ ਲੋੜ ਹੈ। ਜਿੱਥੇ ਚਰਨ ਕਮਲ ਦੀ ਗੱਲ ਆਉਂਦੀ ਹੈ, ਉਹਦੀ ਯਾਦ ਦੀ ਗੱਲ ਆਉਂਦੀ ਹੈ, ਉਹਦੇ ਸ਼ਬਦ ਦੀ ਗੱਲ ਆਉਂਦੀ ਹੈ। ਤਾ ਚਰਨਾਂ ਤੇ ਸੀਸ ਨਿਵਾਇਆ, ਮੈਂ ਚਰਨਾਂ ਤੇ ਸੀਸ ਨਿਵਾਉਣ ਦੀ ਕੋਸ਼ਿਸ਼ ਕੀਤੀ। ਇੱਕ ਆਕ੍ਰਿਤੀ ਜੀ ਮੈਨੂੰ ਦਿਸੇ, ਪਰ ਜਦੋਂ
मैं चरणों ते सीस निवाया, मेरे मत्थे नूं चरणों दी छूह प्राप्त नहीं हुई। तुसी उच्चे असी नीवें सां, साडी पेश न गई आकाई। तुसी समर्थ, साडी कोई समर्था नहीं। स्वै जतन दे नाल परमात्मा नूं प्राप्त नहीं कीता जा सकदा। परमात्मा दे दर्शन नहीं हो सकदे। ये उसदी इनायत, उसदी किरपा दा विषय है। तुसी उच्चे असी नीवें, असी मात लोक दे, तुसी पारग्रामी, तुसी पारलौकिक हस्ती। इस लिहाज नाल तुसी उच्चे, इस लिहाज नाल असी बहुत नीवें। असी जन्म मरण दे बंधन विच फसे हुए संसारक जीव, ते तुसी बंधना तो मुक्त अविनाशी पुरुष। साडा मुकाबला किवें हो सकदा सी? साडी पेश न गई आकाई, कोई भी पेश नहीं गई। हेल्पलेस हो गए। अगे देखो की कहंदे, फिर लड़ फड़ने नूं उठ दौड़े। फिर तुहाडे लड़ नूं, तुहाडे पल्ले नूं ही फड़न दा आहर कीता। सिर भी झुका के देखिया, मत्थे नूं जद छूह नहीं मिले। ये सब कुछ इन्नी तेजी नाल हो रहा। कहंदे फिर लड़ फड़ने नूं, तुहाडे एक पल्ले नूं फड़न दी कोशिश कीती, पर लड़ ओ बिजली लहरां, पर ओ पल्ला की सी? बिजली दी लहर दी तरह सी। बिजली दी लहर, जिसनूं असीं अपनी अज दी भाषा दे विच करंट दे रूप विच समझ सकने आ। बिजली दी नंगी तार नूं जे गलती नाल किते हथ लग जाए तां जो साडे शरीर नूं महसूस हुंदा, वो किसी दूजे नूं पता नहीं लगदा, सानू ही पता लगदा। पर वो जिहड़ी बिजली दी लहर हुंदी है, ਉਹਨੂੰ ਅਸੀਂ अपने तन ते महसूस ਤਾਂ कर सकते हैं, लेकिन किसी ਨੂੰ दस नहीं सकते कि की होया। कहंदे लड़ वो बिजली दी लहर दी तरह सी, जिसने मेरे बदन ते, मेरे तन ते, मेरे जुस्से ते, मेरे जिस्म ते अपना प्रभाव तो पाया, लेकिन वो बिजली दी लहरां दिखाई देने वाली नहीं सी। करंट नजर नहीं आता, पर जिसनों लगदा उसनों महसूस हुंदा। लड़ ओ बिजली दी लहर दी तरह सी, उड़दा जांदा, उड़दा जा रहा सी। ओ पल्ला जिसनों मैं फड़न दा आहर कर रही सा, जीवात्मा परमात्मा नूं मुखातिब होके कह रही है, पर वो अपनी एक छू सानू गया लाई, पर उन्हें अपनी एक छू दा एहसास करा दिता मैनू। पल्ला हथ विच नहीं आया। नंगी तार नूं तुसीं देर तक नहीं फड़ सकते। जिवें नंगी तार दे संपर्क विच तुहाडा हथ आंदा, तुसीं कंब जांदे हो। उसे टाइम तुसीं उसनूं छड्डण दा यतन करदे हो, या तुहाडे कोलों छुट जांदा हो। सह सुभाए हुंदा जो भी हुंदा। कहंदा पर वो जिहड़ा एहसास है उन्हें देर तक असर पाई रखिया। जिवें करंट लगन तो बाद भी काफी देर तक शरीर जिहड़ा है सुन अवस्था विच रहिंदा, ओनू नॉर्मल होण विच, ओनू आम होण विच समां लगदा। इस बिजली दे लहर वर्गे पल्ले ने ओही स्थिति जिहड़ी है वो मेरी कर दित्ती। मिट्टी चमक पई ए मोई ते तुसी लूआं विच लिशके। लू विच कहंदे ये मिट्टी चमक पई, मिट्टी चमक पई ए मोई। इहदे च जिवें नवी जिंद पैदा हो गई, एक नवी जान आ गई। जिवें इस बेमकसद शरीर नूं कोई मकसद मिल गया। जिवें कई बार जिंदगी विच एक लम्हा सानू इहो जिहा नसीब हुंदा कि उस लम्हे करके सानू अपना जीवन सार्थक लगना शुरू हो जाता है, क्योंकि वो प्राप्ति इन्नी वड्डी हुंदी है, इन्नी वड्डी हुंदी है कि उन्होंने लगता कि सारे जीवन विच जो उसनू नहीं मिलिया वो एक इस लम्हे च मिल गया। वो लम्हा इदां दा ही सी जिसने शरीर विच नवी रूह, नवी जान भर दित्ती।
ਤੇ ਮੁਰਦਾ ਹੋਇਆ ਸਰੀਰ ਮਾਨੋ ਜੀਵਿਤ ਹੋ ਉੱਠਿਆ, ਮਾਨੋ ਚਮਕ ਉੱਠਿਆ। ਹੁਣ ਇੱਥੇ ਮੁਰਦਾ ਹੋਇਆ ਸਰੀਰ, ਇੱਥੇ ਆਤਮਿਕ ਜੀਵਨ ਦੀ ਗੱਲ ਹੋ ਰਹੀ ਹੈ। ਇਹ ਨਹੀਂ ਕਿ ਸੱਚਮੁੱਚ ਕੋਈ ਸਰੀਰ ਮੁਰਦਾ ਸੀ ਤੇ ਉਹ ਜੀਵਿਤ ਹੋ ਗਿਆ, ਐਸੀ ਗੱਲ ਨਹੀਂ ਹੈ। ਇਹਦੇ ਵਿੱਚ ਆਤਮਿਕ ਤੌਰ ਤੇ ਜਿਹੜਾ ਸਰੀਰ ਅਜੇ ਪੂਰੀ ਤਰ੍ਹਾਂ ਜੀਵਿਤ ਨਹੀਂ ਸੀ ਹੋਇਆ, ਜਿਹੜਾ ਇੱਕ ਆਹਰ ਕਰ ਰਿਹਾ ਸੀਗਾ, ਕਹਿੰਦਾ ਉਹ ਜੀਵਿਤ ਹੋ ਉੱਠਿਆ। ਇੱਕ ਨਵੀਂ ਇਹਦੇ ਵਿੱਚ ਜਾਨ ਭਰੀ ਗਈ ਪਰਮਾਤਮਾ ਦੇ ਇਸ ਮਿਲਾਪ ਦੇ ਇੱਕ ਛਿਣ ਦੇ ਕਰਕੇ, ਮਿਲਾਪ ਦੇ ਇਸ ਇੱਕ ਲਮਹੇ ਦੇ ਕਰਕੇ, ਤੇ ਉਹ ਲੋਹਾਂ ਵਿੱਚ ਇੱਕ ਲਿਸ਼ਕ ਪੈਦਾ ਹੋ ਗਈ। ਇਹ ਸਰੀਰ ਹਰਿਮੰਦਰ ਹੋ ਗਿਆ। ਬਿਜਲੀ ਕੂੰਦ ਗਈ ਥਰਾਂਦੀ। ਜਿਸ ਤਰ੍ਹਾਂ ਆਕਾਸ਼ ਵਿੱਚ ਸਾਨੂੰ ਬਿਜਲੀ ਚਮਕਦੀ ਹੋਈ ਦਿਖਾਈ ਦਿੰਦੀ ਹੈ, ਕੰਬਦੀ ਹੋਈ ਦਿਖਾਈ ਦਿੰਦੀ ਹੈ, ਤੇ ਕਈ ਵਾਰ ਅਸੀਂ ਹਨੇਰੇ ਵਿੱਚ ਸੁੱਤੇ ਹੋਈਏ ਤੇ ਜਦੋਂ ਤੇਜ਼ ਰੋਸ਼ਨੀ ਸਾਨੂੰ ਆਪਣੀਆਂ ਅੱਖਾਂ ਨਾਲ ਦੇਖਣੀ ਪੈਂਦੀ ਹੈ ਤੇ ਸਾਡੀਆਂ ਅੱਖਾਂ ਚੁੰਦੇ ਆ ਜਾਂਦੀਆਂ। ਅਸੀਂ ਉਸ ਤੇਜ਼ ਰੋਸ਼ਨੀ ਦਾ ਸਾਹਮਣਾ ਨਹੀਂ ਕਰ ਪਾਉਂਦੇ, ਉਸ ਤੇਜ਼ ਰੋਸ਼ਨੀ ਨੂੰ ਵੇਖ ਨਹੀਂ ਪਾਉਂਦੇ, ਤੇ ਉਹ ਤੇਜ਼ ਰੋਸ਼ਨੀ ਦੇਖਣ ਕਰਕੇ ਕੁਝ ਕੁ ਪਲ ਲਈ ਜਿਹੜੀ ਹਨੇਰੇ ਦੀ ਅਵਸਥਾ 'ਚ ਸਾਨੂੰ ਲੰਘਣਾ ਪੈਂਦਾ, ਅੱਖਾਂ ਜਿਹੜੀਆਂ ਸਾਡੀਆਂ ਚੁੰਦੇ ਆ ਜਾਂਦੀਆਂ, ਉਹ ਇਸ ਇੰਨੇ ਤੇਜ਼ ਜਮਾਲ ਨੂੰ, ਇਸ ਇੰਨੇ ਤੇਜ਼ ਪ੍ਰਕਾਸ਼ ਨੂੰ, ਰੱਬੀ ਪ੍ਰਕਾਸ਼ ਨੂੰ ਦੇਖ ਕੇ ਭਾਈ ਵੀਰ ਸਿੰਘ ਦੀ ਜੀਵਾਤਮਾ ਦੀ ਉਹੀ ਅਵਸਥਾ। ਬਿਜਲੀ ਕੂੰਦ ਗਈ ਥਰਾਂਦੀ, ਜਿਵੇਂ ਕੋਈ ਬਿਜਲੀ ਥਰਾਂਦੀ ਹੋਈ, ਕੰਬਦੀ ਹੋਈ ਤੇਜ਼ੀ ਨਾਲ ਚਮਕਦੀ ਹੈ ਤੇ ਗਾਇਬ ਹੋ ਜਾਂਦੀ ਹੈ, ਤੇ ਉਹਦੀ ਤੇਜ਼ ਰੋਸ਼ਨੀ ਦੇ ਕਰਕੇ ਅੱਖਾਂ ਵਿੱਚ ਜੋ ਚੁੰਧਿਆਹਟ ਪੈਦਾ ਹੁੰਦੀ ਹੈ, ਤੇ ਉਹ ਅਵਸਥਾ ਜਿਹੜੀ ਹੈ ਉਹ ਰੱਬੀ ਮਿਲਾਪ ਦੀ ਹੋਈ। ਹੁਣ ਇਸ ਤਰੀਕੇ ਦੇ ਨਾਲ ਭਾਈ ਵੀਰ ਸਿੰਘ ਜੀ ਆਪਣੀ ਮਨੋ ਅਵਸਥਾ ਨੂੰ ਦੱਸ ਰਹੇ ਹਨ, ਆਪਣੇ ਮਿਲਾਪ ਨੂੰ ਦੱਸ ਰਹੇ ਹਨ। ਇਹ ਮਿਲਾਪ ਜੋ ਉਹਨਾਂ ਨੂੰ ਪਲ ਛਿਣ ਦਾ ਉਹ ਲਮਹਾ ਦੇ ਗਿਆ, ਜਿਹਦੇ ਵਿੱਚ ਰੱਬੀ ਅਹਿਸਾਸ, ਰੱਬ ਨੂੰ ਦੇਖਣ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਅਹਿਸਾਸ ਉਹਨਾਂ ਦੇ ਅੰਦਰ ਜਾਗਿਆ, ਤੇ ਉਹ ਜਿਹੜਾ ਅਨੁਭਵ ਹੈ ਉਹਨਾਂ ਨੂੰ ਸਾਰੀ ਉਮਰ ਜਿਹੜਾ ਹੈ ਉਹ ਯਾਦ ਰਹੇਗਾ ਕਿ ਕਿਸ ਤਰੀਕੇ ਦੇ ਨਾਲ ਸੁਪਨੇ ਦੇ ਵਿੱਚ ਰੱਬੀ ਮਿਲਾਪ ਦੀ ਅਵਸਥਾ ਨੂੰ ਉਹਨਾਂ ਨੇ ਮਾਣਿਆ ਸੀਗਾ। ਇਸ ਅਵਸਥਾ ਦਾ ਆਨੰਦ, ਇਸ ਅਵਸਥਾ ਦੀ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਪਲ ਉਹਨਾਂ ਨੇ ਭੋਗਿਆ। ਉਸ ਮਿਲਾਪ ਦੇ, ਸੁਪਨੇ ਵਿੱਚ ਹੋਏ ਮਿਲਾਪ ਦੇ ਉਸ ਅਸੀਂ ਕਹਿ ਸਕਦੇ ਹਾਂ ਆਨੰਦ ਦੀ ਅਵਸਥਾ ਦਾ ਹੀ ਇਸ ਵਿੱਚ ਬਿਆਨ ਕੀਤਾ ਗਿਆ। ਇਹ ਬੜੀ ਉੱਚੀ ਅਵਸਥਾ ਵਾਲੀ ਰਚਨਾ ਹੈ। ਅਸੀਂ ਉਹਦਾ ਉਸ ਤਰੀਕੇ ਨਾਲ ਖੁਲਾਸਾ ਜਾਂ ਉਹਦੀ ਵਿਆਖਿਆ ਨਹੀਂ ਕਰ ਸਕਦੇ ਜਿਸ ਅਵਸਥਾ ਵਿੱਚ ਭਾਈ ਵੀਰ ਸਿੰਘ ਜੀ ਨੇ ਇਸ ਆਨੰਦ ਨੂੰ ਮਾਣਿਆ। ਫਿਰ ਵੀ ਇੱਕ ਛੋਟੀ ਜੀ ਕੋਸ਼ਿਸ਼ ਹੈ, ਉਮੀਦ ਹੈ ਤੁਹਾਨੂੰ ਕਵਿਤਾ ਥੋੜੀ ਜੀ ਜਿਹੜੀ ਹੈ ਉਹ ਸਮਝ ਆਈ ਹੋਵੇਗੀ। ਇਹਨਾਂ ਸ਼ਬਦਾਂ ਦੇ ਨਾਲ ਹੀ ਆਪਣੀ ਗੱਲ ਨੂੰ ਇੱਥੇ ਹੀ ਖਤਮ ਕਰਨਾ ਚਾਹਾਂਗਾ। ਬਹੁਤ ਬਹੁਤ ਧੰਨਵਾਦ ਜੀ।